ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਹਮੇਸ਼ਾ ਦੀ ਤਰ੍ਹਾਂ ਇੱਕ ਤੁਹਾਡੀ ਸਿਹਤ ਨਾਲ ਜੁੜੇ ਤੇ ਤੁਹਾਡੇ ਮਸਲਿਆਂ ਨਾਲ ਜੁੜਿਆ ਡਿਪਰੈਸ਼ਨ ਨੂੰ ਲੈ ਕੇ ਮੁੱਦਾ ਤੁਹਾਡੇ ਰੂਬਰੂ ਕਰ ਰਹੇ ਹਾਂ। ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਮੌਜੂਦ ਨੇ। ਸਵਾਗਤ ਹੈ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਾਹੀਂ ਸਾਰੇ ਸੁਣਨ ਵੇਖਣ ਵਾਲਿਆਂ ਨੂੰ ਫਤਿਹ ਜੀ। ਫਤਿਹ। ਡਾਕਟਰ ਸਾਹਿਬ, ਡਿਪਰੈਸ਼ਨ ਅਕਸਰ ਲੋਕਾਂ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਇਹ ਵੀ ਮਤਲਬ ਕਿ ਕੋਈ ਬਿਮਾਰੀ ਨਹੀਂ, ਕੋਈ ਵੱਡੀ ਬਿਮਾਰੀ ਨਹੀਂ। ਠੀਕ ਹੈ, ਕੋਈ ਬੰਦਾ ਚਿੰਤਾ 'ਚ ਚਲਾ ਜਾਂਦਾ ਹੈ, ਕੋਈ ਵਪਾਰ 'ਚ ਘਾਟਾ ਪੈ ਗਿਆ ਜਾਂ ਕਿਤੇ ਹੋਰ ਕੋਈ ਧੋਖਾ ਮਿਲ ਗਿਆ ਜਾਂ ਪਰਿਵਾਰਕ ਕਲੇਸ਼ ਹੋ ਗਏ, ਇਹੋ ਜਿਹਾ ਇਹਨੂੰ ਕਾਰਨ ਜਾਂ ਬਣਾ ਕੇ ਜਾਂ ਕਹਿ ਲਓ ਕਿ ਜੇ ਕਿਸੇ ਨੂੰ ਜ਼ਿਆਦਾ ਡਿਪਰੈਸ਼ਨ ਹੈ, ਕੋਈ ਨਹੀਂ ਵਿਆਹਿਆ ਤੇ ਉਹਨੂੰ ਵਿਆਹ ਕਰ ਦਿਓ ਜੀ, ਇਹਦਾ ਡਿਪਰੈਸ਼ਨ ਦੂਰ ਹੋ ਜਾਏਗਾ। ਇਹ ਟੈਨਸ਼ਨ ਲੈਂਦਾ। ਜੇ ਕੋਈ ਕੰਮ ਨਹੀਂ ਕਰਦਾ ਇਹਨੂੰ ਕੰਮ ਲਾ ਦਿਓ ਜੀ, ਇਹਦਾ ਡਿਪਰੈਸ਼ਨ ਦੂਰ ਹੋ ਜਾਏਗਾ। ਪਰ ਰਿਪੋਰਟਾਂ, ਅੰਕੜੇ ਜਿਨ੍ਹਾਂ ਤੇ ਆਪਾਂ ਅਕਸਰ ਗੱਲਬਾਤ ਕਰਦੇ ਹਾਂ ਕਿ ਅੰਕੜੇ ਜਿਹੜੇ ਨੇ ਉਹ ਬੜੇ ਹੈਰਾਨੀਜਨਕ ਹੁੰਦੇ ਨੇ, ਜਿਹੜੇ ਇੱਕ ਅਲਾਰਮਿੰਗ ਸਿਚੁਏਸ਼ਨ ਦਿੰਦੇ ਨੇ। ਉਹਦੇ ਉੱਤੇ ਗੱਲਬਾਤ ਜੇ ਆਪਾਂ ਰਿਪੋਰਟਾਂ ਤੋਂ ਸ਼ੁਰੂ ਕਰੀਏ। ਦੇਖੋ ਸੁਖਵਿੰਦਰ ਜੀ, ਆਪਾਂ ਪਹਿਲਾਂ ਹੀ ਸਾਰੇ ਸਾਡੇ ਜਿਹੜੇ ਜੁੜੇ ਹੋਏ ਨੇ ਸਾਡੇ ਨਾਲ ਸਭਨਾਂ ਨੂੰ ਪਹਿਲਾਂ ਇੱਕ ਕਲੀਅਰ ਕਰ ਦਈਏ ਗੱਲ ਕਿ ਅੰਕੜੇ ਨਾ ਤੁਹਾਡੇ ਨੇ ਨਾ ਮੇਰੇ, ਪਰ ਸਿਰਫ ਅੰਕੜਿਆਂ ਤੱਕ ਹੀ ਆਪਾਂ ਸੀਮਤ ਨਾ ਰਹੀਏ। ਗੱਲ ਇਸ ਕਰਕੇ ਕਰਨੀ ਜ਼ਰੂਰੀ ਹੈ ਕਿ ਉਹਨਾਂ ਅੰਕੜਿਆਂ ਵਿੱਚੋਂ ਕਿਤੇ ਨਾ ਕਿਤੇ ਸਾਡੇ ਤੇ ਉਂਗਲ ਚੁੱਕੀ ਦਿਸਦੀ ਹੈ, ਜਿਹਦੇ ਬਾਰੇ ਮੇਰਾ ਖਿਆਲ ਹੈ ਕਿ ਸਾਨੂੰ ਗੌਰ ਕਰਨ ਦੀ ਲੋੜ ਹੈ। ਕਿਉਂਕਿ ਜਦੋਂ ਇਹੋ ਜਿਹੀ ਕਿਤੇ ਖਬਰ ਛਪੇ ਕਿ ਭਾਰਤ ਜੀ ਸਭ ਤੋਂ ਵੱਧ ਡਿਪਰੈਸਡ ਕੰਟਰੀ ਹੈ, ਜਿਹਦੇ ਵਿੱਚ ਅਸੀਂ ਕਹਿੰਦੇ ਸਾਂ ਪਹਿਲਾਂ ਹੋਰ ਮੁਲਕਾਂ 'ਚ, ਵਿਕਸਿਤ ਮੁਲਕਾਂ ਵਿੱਚ ਇਹ ਮੇਨ ਇਸ ਚੀਜ਼ ਦੀ ਪ੍ਰੋਬਲਮ ਹੋਇਆ ਕਰਦੀ ਸੀ। ਕਿਉਂ ਆਖਰ ਭਾਰਤ ਮੋਹਰੀ ਵਿੱਚ ਬਣਦਾ ਜਾ ਰਿਹਾ? ਉਹਦੇ ਵਿੱਚੋਂ ਵੀ ਜਦੋਂ ਪੰਜਾਬ ਬਾਰੇ ਇਹੋ ਜਿਹੀ ਖਬਰ ਛਪੇ ਤਾਂ ਉਹ ਵੀ ਖਾਸ ਤੌਰ ਤੇ ਪੀਜੀਆਈ ਵੱਲੋਂ ਕਿਹਾ ਜਾਣਾ ਕਿ ਭਾਈ ਇੱਥੇ 58% ਬਹੁਤ ਜ਼ਿਆਦਾ ਜੇ 58% ਜਿਹੜੇ 45 ਸਾਲ ਟੱਪ ਚੁੱਕੇ ਨੇ, ਉਹਨਾਂ ਵਿੱਚੋਂ ਜਾਂ ਤਾਂ ਬਹੁਤ ਜ਼ਿਆਦਾ ਜਾਂ ਫਿਰ ਕਦੇ ਨਾ ਕਦੇ ਜ਼ਰੂਰ ਉਹ ਇਸੇ ਤਰ੍ਹਾਂ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਨੇ। ਉਹਨਾਂ ਵਿੱਚ ਫਿਰ ਇੱਕ ਹੋਰ ਜੋ ਅਹਿਮ ਨੁਕਤਾ ਉਹ ਕੱਢ ਕੇ ਲਿਆ ਰਹੇ ਨੇ ਕਿ 34.1% ਨੇ ਨੌਜਵਾਨ ਜਿਹੜੇ ਬਹੁਤ ਜ਼ਿਆਦਾ ਜਾਂ ਘੱਟੋ ਘੱਟ ਆਪਣੇ ਜਿਵੇਂ ਕਹਿ ਲਓ ਕਿ ਕੁਝ ਕੁ ਮਹੀਨਿਆਂ ਦੇ ਵਿੱਚ ਇੱਕ ਅੱਧ ਵਾਰ ਇੰਨੇ ਜ਼ਿਆਦਾ ਡਿਪਰੈਸ ਹੋਏ ਕਿ ਉਹਨਾਂ ਨੂੰ ਖੁਦਕੁਸ਼ੀ ਕਰਨ ਤੱਕ ਦੀ ਲੋੜ ਪਈ। ਸੋ ਜ਼ਰੂਰੀ ਆਪਾਂ ਨੂੰ ਪਤਾ ਹੋਏ ਕਿ ਜੇ ਇੰਨੇ ਜ਼ਿਆਦਾ ਪੰਜਾਬ ਵਿੱਚ ਇਹ ਚੀਜ਼ ਵਾਪਰ ਰਹੀ ਹੈ, ਕੀ ਭਾਰਤ ਦੇ ਵਿੱਚ ਸਾਡੀ ਸਿਚੁਏਸ਼ਨ ਹੈ ਜਿਹਨੂੰ ਵਿਸ਼ਵ ਪੱਧਰ ਤੇ ਹੁਣ ਬਹੁਤ ਜ਼ਿਆਦਾ ਡਿਪਰੈਸ਼ਨ ਦੀ ਗੱਲ ਕਰਨ ਲੱਗ ਗਏ, ਜਦਕਿ ਹਮੇਸ਼ਾ ਤੋਂ ਹੀ ਇਹ ਪਤਾ ਸੀ ਕਿ ਜਾਪਾਨੀ ਲੋਕ ਨੇ ਜਿਹੜੇ ਸਭ ਤੋਂ ਵੱਧ ਸੁਇਸਾਈਡ ਰੇਟ ਜੇ ਦੇਖਣਾ ਹੋਏ ਤਾਂ ਹਾਈਐਸਟ ਸੁਇਸਾਈਡ ਰੇਟ ਉਹਨਾਂ ਵਿੱਚ ਜੇ ਜਾਪਾਨੀਆਂ ਵਿੱਚ। ਤੇ ਕੰਮ ਉਦੋਂ ਇੰਨਾ ਜ਼ਿਆਦਾ ਕਰਨ ਕਾਰਨ ਉਹ ਕਹਿੰਦੇ ਸਨ ਕਿ ਦਿਨ ਰਾਤ ਕੰਮ 'ਚ ਜੁਟੇ ਰਹਿੰਦੇ ਨੇ। ਤੇ ਇੱਕ ਅਹਿਮ ਕਾਰਨ ਉਹਨਾਂ ਦਾ ਮੰਨਿਆ ਗਿਆ ਸੀ ਕਿ ਉਹ ਸਗੋਂ ਜ਼ਿਆਦਾ ਕੰਮ ਕਰਨ ਇੰਨਾ ਕਰਦੇ ਨੇ ਕਿ ਉਹ ਡਿਪਰੈਸ਼ਨ 'ਚ ਚਲੇ ਜਾਂਦੇ ਨੇ ਤੇ ਉਹ ਖੁਦਕੁਸ਼ੀਆਂ ਕਰਨ ਲੱਗ ਜਾਂਦੇ ਨੇ, ਜਿਨ੍ਹਾਂ ਵਿੱਚੋਂ 10 ਤੋਂ 19 ਸਾਲ ਦੇ ਜਿਹੜੇ ਬੱਚੇ ਉਹ ਵੀ ਹੁਣ ਹੌਲੀ-ਹੌਲੀ ਡਿਪਰੈਸ਼ਨ ਦੇ ਸ਼ਿਕਾਰ ਹੋਣ ਲੱਗ ਗਏ ਨੇ ਉੱਥੇ। ਉਹਨਾਂ ਵਿੱਚ ਇੱਕ ਸਵੀਡਨ ਦਾ ਜ਼ਿਕਰ ਜੇ ਵਿਸ਼ਵ ਪੱਧਰ ਦੀ ਗੱਲ ਕਰੀਏ ਆਉਂਦਾ ਕਿ ਜਿੱਥੇ ਸਭ ਤੋਂ ਜ਼ਿਆਦਾ ਉਹ ਕਹਿੰਦੇ ਨੇ ਖੁਸ਼ ਲੋਕ ਨੇ, ਕਿਉਂਕਿ ਉਹਨਾਂ ਨੇ ਇੱਕ ਚੀਜ਼ ਸਪਸ਼ਟ ਬਣਾ ਲਈ ਹੋਈ ਹੈ ਵੀ ਆ ਗਿਆ ਜੀ ਸ਼ੁੱਕਰਵਾਰ, ਚਲੋ ਜੀ ਬਸ ਖਤਮ। ਸ਼ੁੱਕਰਵਾਰ ਦੁਪਹਿਰ ਤੋਂ ਬਾਅਦ ਐਤਵਾਰ ਰਾਤ ਤੱਕ ਕੁਝ ਮਰਜ਼ੀ ਹੋ ਜਾਏ ਜੀ, ਅਸੀਂ ਤਾਂ ਹੈ ਨਹੀਂ। ਤਾਂ ਉਹ ਇੱਕ ਅਹਿਮ ਗੱਲ ਸੀ ਸਾਹਮਣੇ ਕਿ ਉਹ ਤੁਸੀਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਜਿੰਨਾ ਕੁ ਕੰਮ 'ਚ ਜੁਟਦੇ ਹੋ ਤੁਸੀਂ, ਉਸ ਤੋਂ ਬਾਅਦ ਥੋੜ੍ਹਾ ਸਹਿਜ ਹੋ ਸਕਦੇ ਹੋ, ਨੋਰਮਲਾਈਜ਼ ਹੋ ਸਕਦੇ ਹੋ, ਘਰ ਨਾਲ ਘਰ ਗੱਲ ਕਰ ਸਕਦੇ ਹੋ, ਦੋਸਤਾਂ ਮਿੱਤਰਾਂ ਨਾਲ ਕਰ ਸਕਦੇ ਹੋ। ਪਰ ਕੁਝ ਕੁ ਜੇ ਇਜਾਜ਼ਤ ਦਿਓ ਮੈਂ ਖਬਰਾਂ ਸਾਂਝੀਆਂ ਕਰਦਿਆਂ ਕੁਝ ਖੋਜਾਂ ਦੇ ਵਿੱਚੋਂ ਵੀ ਤੇ ਜੋ ਕੁਛ ਆਇਆ ਤਾਂ ਕਿ ਸਾਡੇ ਪਤਾ ਹੋਵੇ ਤੱਥ। ਕੋਈ ਕਹਿ ਰਿਹਾ ਹਰ 3 ਚੋਂ 1 ਹੈ, ਕੋਈ ਕਹਿ ਰਿਹਾ ਹਰ 7 ਚੋਂ 1 ਹੈ ਸਾਡੇ ਡਿਪਰੈਸਡ ਨੇ, ਤਾਂ ਕਿ ਆਪਾਂ ਕੁਛ ਉਹਦਾ ਨਿਚੋੜ ਕੱਢ ਸਕੀਏ। ਜੇ ਇਜਾਜ਼ਤ ਦਿਓ ਮੈਂ ਥੋੜ੍ਹੀਆਂ ਜਿਹੀਆਂ 2-3 ਉਹ ਸਾਂਝੀਆਂ ਕਰ ਦਿੰਦੇ ਹਾਂ। ਜੀ ਜਾਰੀ ਰੱਖੋ। ਹਾਂ, ਜਿਵੇਂ ਡੇਲੀ ਪਾਇਓਨੀਅਰ ਦੇ ਵਿੱਚ ਉਹ ਕਹਿੰਦੇ ਨੇ ਕਿ ਭਾਰਤ ਵਿੱਚ ਹਰ 3 ਚੋਂ 1 ਡਿਪਰੈਸ਼ਨ ਦਾ ਸ਼ਿਕਾਰ ਜੇ, ਜਦ ਕਿ ਪੂਰੀ ਦੁਨੀਆ ਵਿੱਚ ਜੇ ਆਪਾਂ ਗੱਲ ਕਰਦੇ ਹਾਂ 300 ਮਿਲੀਅਨ ਲੋਕ ਇਸ ਵੇਲੇ ਉਹ ਰਜਿਸਟਰਡ ਨੇ ਜਿਹੜੇ ਇਲਾਜ ਕਰਵਾ ਰਹੇ ਨੇ ਡਿਪਰੈਸ਼ਨ ਦੇ। ਬਹੁਤ ਭਾਰੀ ਯਾਨੀ ਗਿਣਤੀ ਹੈ, ਜਿਨ੍ਹਾਂ ਵਿੱਚੋਂ ਵਿਕਸਿਤ ਮੁਲਕਾਂ ਵਿੱਚ ਬਹੁਤ ਜ਼ਿਆਦਾ ਹੋਇਆ ਕਰਦੇ ਸਨ। ਪਰ ਕਿਉਂ ਆਖਰ ਆਪਾਂ ਗੱਲ ਕਰਾਂਗੇ ਅੱਗੋਂ ਵੀ ਭਾਰਤ ਕਿਉਂ? ਫਿਰ ਇੱਕ WHO ਦੀ ਸਟੱਡੀ ਜਿਹੜਾ ਕਹਿੰਦਾ ਹੈ ਕਿ ਉਹ ਵੀ ਨੈਸ਼ਨਲ ਕੇਅਰ ਆਫ ਮੈਡੀਕਲ ਹੈਲਥ ਵਿੱਚ ਉਹ ਕਹਿ ਰਹੇ ਨੇ ਕਿ 6.5% ਜਿਹੜੀ ਭਾਰਤੀ ਪਾਪੂਲੇਸ਼ਨ ਹੈਗੀ ਉਹਨਾਂ ਵਿੱਚ ਉਹ ਮਾਨਸਿਕ ਰੋਗੀ ਹੋ ਚੁੱਕੇ ਨੇ, ਯਾਨੀ ਡਿਪਰੈਸ਼ਨ ਤਾਂ ਕਿਤੇ ਹੀ ਰਹਿ ਗਿਆ, ਮਾਨਸਿਕ ਰੋਗੀ ਬਣ ਚੁੱਕੇ ਨੇ। ਇੰਨੇ ਜ਼ਿਆਦਾ ਉਹਨਾਂ ਨੇ ਕਿਹਾ ਕਿ
ਕਿਉਂਕਿ ਇੱਥੇ ਅਸੀਂ ਡਿਪਰੈਸ਼ਨ ਲੱਭ ਹੀ ਨਹੀਂ ਸਕਦੇ, ਸਾਨੂੰ ਪਤਾ ਹੀ ਨਹੀਂ ਲੱਛਣ ਕੀ ਨੇ ਕਿ ਵਾਕਈ ਸਾਡਾ ਬੱਚਾ ਡਿਪਰੈਸਡ ਹੈ ਜਾਂ ਸਾਡੇ ਘਰ ਵਿੱਚ ਕੋਈ ਬਜ਼ੁਰਗ ਡਿਪਰੈਸਡ ਹੈ, ਜਾਂ ਬਜ਼ੁਰਗ ਕਿਉਂ ਨੌਜਵਾਨ ਵੀ ਕਦੋਂ ਡਿਪਰੈਸ਼ਨ ਦੇ ਜਾ ਰਹੇ ਨੇ ਵੱਲ, ਤੇ ਕਿਉਂ ਨੌਜਵਾਨ ਮੌਤਾਂ ਹੋ ਰਹੀਆਂ ਨੇ ਇੰਨੀ ਸੀਵੀਅਰ ਡਿਪਰੈਸ਼ਨ ਕਿ ਉਹ ਡਰੱਗਸ ਲੈਣ ਜਾਂ ਫਿਰ ਯੰਗ ਹਾਰਟ ਅਟੈਕਸ ਤੱਕ ਹੋਣ ਲੱਗ ਜਾਣ। ਇਹ ਸਾਰਾ ਕੁਝ ਆਖਰ ਕਿਉਂ ਸਾਡੇ ਤੋਂ ਲੱਭਿਆ ਨਹੀਂ ਜਾ ਰਿਹਾ? ਸਾਨੂੰ ਲੱਛਣ ਪਤਾ ਹੀ ਕਿਉਂ ਨਹੀਂ ਲੱਗਦੇ ਕਿ ਡਿਪਰੈਸ਼ਨ ਸਾਨੂੰ ਹੋ ਰਹੀ ਹੈ ਜਾਂ ਸਾਡੇ ਕਿਸੇ ਨੂੰ ਹੋ ਰਹੀ ਹੈ? ਹੁਣ ਇਹਦੇ ਵਿੱਚ ਇਹਨਾਂ ਨੇ ਕਿਹਾ, ਜਿਹੜਾ WHO ਦੀ ਸਟੱਡੀ, ਕਿ ਇੰਡੀਆ ਇਸ ਵੇਲੇ ਸਭ ਤੋਂ ਵੱਧ ਇਸੇ ਕਾਰਨ ਨੰਬਰ ਪਹਿਲੇ ਤੇ ਹੌਲੀ-ਹੌਲੀ ਪਹੁੰਚ ਰਿਹਾ ਡਿਪਰੈਸ਼ਨ ਦੇ ਵਿੱਚ, ਕਿਉਂਕਿ ਇਹ ਆਪਣੇ ਲੱਛਣ ਪਛਾਣ ਹੀ ਨਹੀਂ ਸਕਦੇ। ਉਹਦੇ ਵਿੱਚ ਉਹਨਾਂ ਨੇ ਦੂਸਰੇ ਨੰਬਰ ਤੇ ਜਿਵੇਂ 6.5% ਸਾਡੇ ਕਿਹਾ, 5.9% ਉਹ ਕਹਿੰਦੇ ਜੀ ਅਮਰੀਕਾ ਵਿੱਚ ਜਾਂ ਐਸਟੋਨੀਆ 'ਚ, ਫਿਰ ਆਸਟ੍ਰੇਲੀਆ, ਬ੍ਰਾਜ਼ੀਲ 'ਚ 5.8%। ਇਹ ਨੇ ਜਿਹੜੇ ਪੱਕੇ ਮਾਨਸਿਕ ਰੋਗੀ ਬਣ ਚੁੱਕੇ। ਟਾਈਮਜ਼ ਆਫ ਇੰਡੀਆ ਦੀ ਜਿਹੜੀ ਨਿਊਜ਼ ਛਪੀ ਸੀ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ 14% ਨੇ 15 ਤੋਂ 24 ਸਾਲ ਦੇ, ਜਿਨ੍ਹਾਂ ਵਿੱਚ ਜਿਹੜੇ ਭਾਰਤ ਵਿੱਚ ਇਸ ਵੇਲੇ ਬੱਚੇ ਜਿਹੜੇ ਨੌਜਵਾਨ 15 ਤੋਂ 24 ਕੀ ਉਮਰ ਹੁੰਦੀ ਜੇ, ਜਿਨ੍ਹਾਂ ਨੂੰ ਹੁਣ ਡਿਪਰੈਸ਼ਨ ਦਾ ਸ਼ਿਕਾਰ ਹੋਣੇ ਸ਼ੁਰੂ ਹੋ ਚੁੱਕੇ ਨੇ, ਜਿਸ 'ਚ ਭਾਰੀ ਗਿਣਤੀ ਉਹ ਨੇ ਜਿਨ੍ਹਾਂ ਨੂੰ ਮਾਪੇ ਇੰਨਾ ਕੁ ਦੱਬ ਛੱਡਦੇ ਨੇ, ਇਹ ਵਾਲੀ ਚੀਜ਼ ਕਰਨੀ ਹੈ, ਤੂੰ ਇਹ ਬਣਨਾ ਹੈ, ਤੂੰ ਉਦੋਂ ਏਦਾਂ ਪੈਸੇ ਛੇਤੀ ਕਮਾਣੇ ਨੇ, ਸਾਡੇ ਘਰ ਤੇ, ਯਾਨੀ ਆਪਣੇ ਘਰ ਦਾ ਬੋਝ ਆਪਣੇ ਜੋ ਤੁਹਾਡੇ ਦਿਮਾਗ ਦੇ ਵਿੱਚ ਜਿਹੜਾ ਯਾਨੀ ਮਾਪਿਆਂ ਦੇ ਜੋ ਦਿਮਾਗ ਵਿੱਚ ਚੱਲਦਾ ਹੁੰਦਾ ਕਿ ਸਾਡਾ ਅਸੀਂ ਗਰੀਬੀ ਚੋਂ ਨਿਕਲ ਰਹੇ ਹਾਂ ਜਾਂ ਰੁਜ਼ਗਾਰ ਨਹੀਂ ਹੈ, ਭਾਈ ਤੂੰ ਆਹ ਕਰਨਾ ਹੈ, ਉਹ ਸਾਰਾ ਝਾੜ ਝੰਬ ਜੋ ਬੱਚਿਆਂ ਦੀ ਕਰ ਦਿੰਦੇ ਆ ਜਾਂ ਫੋਰਸ ਕਰਦੇ ਆ। ਤਾਂ ਨਤੀਜਾ ਇਹ ਹੋ ਰਿਹਾ ਕਿ 14% ਸਾਡੇ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ, ਤੇ ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਨੌਜਵਾਨ ਹਰ 7 ਚੋਂ 1 ਇਸ ਵੇਲੇ ਡਿਪਰੈਸ਼ਨ ਦਾ ਸ਼ਿਕਾਰ ਜੇ। ਇਹਦੇ 'ਚ ਇੱਕ ਮਤਲਬ ਹੋਰ, ਜੋ ਨੈਸ਼ਨਲ ਮੈਂਟਲ ਹੈਲਥ ਸਰਵੇ ਸਾਡਾ ਦੱਸਦਾ ਹੈ, 6 ਅਗਸਤ 2022 'ਚ ਜੋ ਰਿਪੋਰਟ ਜਾਰੀ ਹੋਈ ਸੀ, ਉਹਦੇ 'ਚ ਉਹਨਾਂ ਨੇ ਕਿਹਾ ਕਿ 3.5% ਨੇ ਭਾਰਤ ਦੇ ਨੌਜਵਾਨ ਜਿਹੜੇ ਇੱਕ ਅੱਧ ਵਾਰ ਤਾਂ ਜ਼ਰੂਰ ਇੰਨਾ ਜ਼ਿਆਦਾ ਸੀਵੀਅਰ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਨੇ, ਜਿਨ੍ਹਾਂ ਵਿੱਚੋਂ ਕੁਝ ਤਾਂ ਖੁਦਕੁਸ਼ੀ ਕਰ ਗਏ, ਕੁਝ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਉਹਨਾਂ ਦੇ ਵਿੱਚੋਂ ਲਗਭਗ 99% ਇੱਕ ਨਾ ਇੱਕ ਬਹੁਤ ਜ਼ਿਆਦਾ ਸੀਵੀਅਰ ਮਾਨਸਿਕ ਰੋਗ ਪਾਲ ਬੈਠੇ ਨੇ। ਇਹ ਨੈਸ਼ਨਲ ਮੈਂਟਲ ਹੈਲਥ ਸਰਵੇ, ਮੈਂ ਤਰੀਕ ਵੀ ਦੱਸੀ ਹੈ, 6 ਅਗਸਤ 2022 ਨੂੰ। ਯਾਨੀ ਇਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਥੋੜ੍ਹਾ ਜਿਹਾ ਦੱਸਦੀਆਂ ਨੇ ਕਿ ਕਿਸ ਪਾਸੇ ਕੰਮ ਕਰਨ ਦੀ ਲੋੜ ਹੈ, ਜਿਸ ਵਿੱਚ ਹੁਣ ਆਪਾਂ ਥੋੜ੍ਹਾ ਜਿਹਾ, ਮੈਂ ਜਿਵੇਂ ਸ਼ੁਰੂ ਹੀ ਪੰਜਾਬ ਤੋਂ ਕੀਤਾ ਸੀ, ਤਾਂ ਇਸ ਸਰਵੇ ਅਧੀਨ ਉਹਨਾਂ ਨੇ ਕਿਹਾ ਕਿ ਮਾਨਸਿਕ ਰੋਗੀ ਬਣਨ ਵਾਲੇ ਜੋ 18 ਤੋਂ 29 ਸਾਲ ਦੇ ਨੇ, ਉਹ 7.39% ਹੋ ਚੁੱਕੇ ਨੇ। ਬਹੁਤ ਭਾਰੀ ਜੇ, ਖਿਆਲ ਰੱਖ ਲਿਓ, ਮਾਨਸਿਕ ਰੋਗੀ ਨੇ ਇਹ, ਜਿਹੜੇ ਲਗਾਤਾਰ ਇਲਾਜ ਦੇ ਅਧੀਨ ਨੇ, ਸਿਰਫ ਡਿਪਰੈਸ਼ਨ ਨਹੀਂ ਰਹੀ। ਤੇ ਇਹਨਾਂ ਵਿੱਚੋਂ ਅੱਗੋਂ ਉਹ ਕਹਿ ਰਹੇ ਨੇ ਜੇ ਵੇਲੇ ਸਿਰ 18 ਤੋਂ 29 ਸਮਝ ਲਓ ਕਿ ਕਿਸੇ ਵੀ ਸੂਬੇ ਦਾ ਸਭ ਤੋਂ ਵੱਧ ਉਹ ਤਬਕਾ ਹੁੰਦਾ ਜੇ, ਜਿਹਨੇ ਅੱਗੋਂ ਕੁਛ ਵੀ ਜੋ ਸੂਬੇ 'ਚ ਤਬਦੀਲੀ ਲਿਆਉਣੀ ਹੈ ਜਾਂ ਸਾਡੇ ਆਉਣ ਵਾਲੇ ਸਮੇਂ ਲਈ, ਉਹ ਸਾਡਾ ਸਗੋਂ ਇਹ ਮੋਹਰੀ ਬੰਦੇ ਨੇ ਜਿਨ੍ਹਾਂ ਨੇ ਅੱਗੋਂ ਤੋਰਨਾ ਸਮਾਜ। ਇਹਨਾਂ ਵਿੱਚੋਂ ਆਪਾਂ ਹੁਣ ਗੱਲ ਕਰ ਰਹੇ ਹਾਂ ਕਿ ਇੰਨੇ ਭਾਰੀ ਗਿਣਤੀ ਮਾਨਸਿਕ ਰੋਗੀਆਂ ਦੇ ਵਿੱਚੋਂ ਉਹਨਾਂ ਨੇ ਕਿਹਾ ਕਿ ਜਿਹੜੇ ਇਹਨਾਂ 'ਚੋਂ ਜ਼ਿੰਦਗੀ ਭਰ ਦਵਾਈਆਂ ਤੇ ਰਹਿਣਗੇ, ਇੰਨੀ ਸੀਵੀਅਰ ਮੈਂਟਲ ਡਿਸਆਰਡਰਸ ਨੇ, ਉਹ 9.54% ਇਹਨਾਂ ਚੋਂ ਅੱਗੋਂ ਪਰਮਾਨੈਂਟ ਮਾਨਸਿਕ ਰੋਗੀ ਬਣ ਚੁੱਕੇ ਨੇ। ਤੇ ਹੁਣ ਅੱਜ ਦੇ ਦਿਨ ਜੇ ਆਪਾਂ ਸੰਨ 2022 ਦੀ ਗੱਲ ਕਰ ਰਹੇ ਹਾਂ, ਉਹ ਕਹਿ ਰਹੇ ਨੇ 24 ਤੋਂ 34 ਸਾਲ ਦੇ ਖਾਸ ਤੌਰ ਤੇ ਜ਼ਿਕਰ ਪੰਜਾਬ ਦਾ ਜੇ, ਕਿ ਇਸ ਥਾਂ ਤੇ 24 ਤੋਂ 34 ਵਰ੍ਹਿਆਂ ਦੇ ਜਿਹੜੇ ਨੌਜਵਾਨ ਨੇ, ਉਹਨਾਂ ਵਿੱਚੋਂ ਲਗਭਗ ਜੋ ਇਹ ਕਹਿ ਰਹੇ ਨੇ 70% 68 ਤੋਂ 70% ਅਜਿਹੇ ਨੇ ਜਿਹੜੇ ਕਿਸੇ ਨਾ ਕਿਸੇ ਵੇਲੇ ਸੀਵੀਅਰ ਡਿਪਰੈਸ਼ਨ ਮਹਿਸੂਸ ਕਰਦੇ ਨੇ, ਫਿਰ ਨਾਰਮਲ ਹੁੰਦੇ ਨੇ, ਫਿਰ ਕੰਮ ਤੇ ਤੁਰਦੇ ਨੇ, ਪਰ ਅੰਦਰ ਖਾਤੇ ਜਿਵੇਂ ਖੁਸ਼ੀ ਉਹਨਾਂ ਦੀ ਹੌਲੀ-ਹੌਲੀ ਖਤਮ ਹੁੰਦੀ ਜਾਂਦੀ ਜੇ, ਜੋ ਵਾਰਨਿੰਗ ਸਾਈਨ ਨੇ ਸਾਡੇ ਕਿ ਆਖਰ ਕਿਉਂ ਇਹ ਉਹ ਸੂਬਾ ਜਿਹੜਾ ਚੜ੍ਹਦੀ ਕਲਾ ਦਾ ਪ੍ਰਤੀਕ ਸੀ, ਆਖਰ ਕੀ ਇਹੋ ਜਿਹਾ ਮਾਰ ਪੈ ਗਈ ਕਿ ਇਹ ਇੰਨੀ ਢਹਿੰਦੀ ਕਲਾ ਵੱਲ ਜਾਣੇ ਸ਼ੁਰੂ ਹੋ ਗਏ ਸਾਡੇ ਲੋਕ, ਤੇ ਉਹ ਵੀ ਨੌਜਵਾਨ ਪੀੜ੍ਹੀ। ਤੇ ਫਿਰ ਬਜ਼ੁਰਗਾਂ ਦੀ ਗਿਣਤੀ ਤਾਂ ਦੇਖੋ ਨਾ 58%, ਇਹ ਯਾਨੀ ਹਰ ਤਬਕਾ ਹੀ ਤੁਸੀਂ ਨਾ ਖੁਸ਼ ਕਿਉਂ ਹੈ ਕਿ ਅਸੀਂ ਨਾ ਤਾਂ ਬੱਚਿਆਂ ਨੂੰ ਠੀਕ ਰੱਖ ਸਕ ਰਹੇ ਹਾਂ, ਨਾ ਨੌਜਵਾਨ ਠੀਕ ਨੇ, ਨਾ ਬਜ਼ੁਰਗ ਠੀਕ ਨੇ। ਕੀ ਆਖਰ ਸਾਨੂੰ ਚਿੰਬੜ ਗਿਆ? ਕਿਉਂ ਅਸੀਂ ਇੰਨੇ ਜ਼ਿਆਦਾ
ਉੱਥੋਂ ਚੜ੍ਹਦੀ ਕਲਾ ਤੋਂ ਹੌਲੀ-ਹੌਲੀ ਢਹਿੰਦੇ ਆਖਿਰ ਕੀ ਸਾਡੇ ਵਿੱਚ ਹੋਇਆ, ਉਹ ਕਾਰਨ ਜ਼ਰੂਰੀ ਨੇ ਸਾਨੂੰ ਲੱਭਣੇ ਵੀ, ਜਾਣਨੇ ਵੀ ਤੇ ਫਿਰ ਉਹਨਾਂ ਨੂੰ ਤਾਂ ਹੀ ਇਲਾਜ ਕਰ ਸਕਾਂਗੇ। ਜੀ। ਡਾਕਟਰ ਸਾਹਿਬ, ਜਦੋਂ ਤੁਸੀਂ ਹੁਣ ਗੱਲ ਜੇ ਪੰਜਾਬ ਦੀ ਤੋਰੀ ਆ ਕਿ ਸਮਰੱਥ ਹੋ ਜਾਂਦੇ ਨੇ ਬਾਹਰਲੇ ਮੁਲਕਾਂ 'ਚ ਜਾ ਕੇ ਪੰਜਾਬੀ, ਇੱਥੇ ਰਹਿੰਦੇ ਆ ਕਹਿ ਦਿੱਤਾ ਜਾਂਦਾ ਹੈ ਕਿ ਜੀ ਬੇਰੁਜ਼ਗਾਰੀ ਦੀ ਮਾਰ ਹੈ, ਗੁਰਬਤ ਦੀ ਮਾਰ ਹੈ, ਜਾਂ ਹੋਰ ਬੜੇ ਕਾਰਨ ਜਿਹੜੇ ਦੱਸ ਦਿੱਤੇ ਜਾਂਦੇ ਨੇ ਕਿ ਸ਼ਾਇਦ ਇਹ ਬੰਦਾ ਤਾਂ ਟੈਨਸ਼ਨ ਲੈ ਗਿਆ, ਚਲੋ ਇਹਨੂੰ ਬਾਹਰ ਭੇਜ ਦਿਓ। ਬਾਹਰ ਜਾ ਕੇ ਵੀ ਸਾਡੇ ਪੰਜਾਬੀਆਂ ਦਾ ਉਸ ਤੋਂ ਵੀ ਬੁਰਾ ਹਾਲ ਹੈ। ਉੱਥੋਂ ਤਾਂ ਬੜੀਆਂ ਹੈਰਾਨੀਜਨਕ ਕਹਿ ਲਓ ਕਿ ਰੂਹ ਕੰਬਾਊ ਰਿਪੋਰਟਾਂ ਜਦੋਂ ਸਾਹਮਣੇ ਆਉਂਦੀਆਂ ਤਾਂ ਪਤਾ ਲੱਗਦਾ ਹੈ ਕਿ ਅਸੀਂ ਨਾ ਇੱਥੇ ਸੁਖਾਲੇ ਹੋ ਸਕੇ, ਨਾ ਅਸੀਂ ਉੱਥੇ ਜਾ ਕੇ ਸੁਖਾਲੇ ਹੋ ਸਕੇ। ਮਤਲਬ ਡਿਪਰੈਸ਼ਨ ਦੀ ਪਛਾਣ ਵੀ ਨਹੀਂ ਸਾਡੇ ਤੋਂ ਹੁੰਦੀ ਕਿ ਇਹ ਬੰਦਾ ਵਾਕਈ ਡਿਪਰੈਸ਼ਨ ਦਾ ਅਸੀਂ ਸ਼ਿਕਾਰ ਹੋ ਰਹੇ ਹਾਂ, ਜਾਂ ਸਾਡੇ ਵਿੱਚੋਂ ਲੱਛਣ ਕਿਸ ਤਰ੍ਹਾਂ ਦੇ ਸਾਹਮਣੇ ਆਉਂਦੇ ਨੇ। ਬਿਲਕੁਲ ਠੀਕ ਕਹਿ ਰਹੇ ਹੋ ਕਿਉਂਕਿ ਸਾਡੇ ਬਹੁਤ ਭਾਰੀ ਗਿਣਤੀ ਜੋ ਕਿ ਹੁਣ ਇਹਨਾਂ ਦੇ ਮੈਡੀਕਲ ਜਰਨਲਸ ਵਿੱਚ ਛਪਦੀਆਂ ਨੇ ਕਿ ਭਾਵੇਂ ਉਹ ਅਮਰੀਕਾ 'ਚ ਨੇ, ਭਾਵੇਂ ਕੈਨੇਡਾ 'ਚ ਨੇ, ਭਾਵੇਂ ਸਾਡੇ ਯੂਰਪ ਨੇ, ਆਸਟ੍ਰੇਲੀਆ ਨੇ, ਨਿਊਜ਼ੀਲੈਂਡ ਨੇ, ਹਰ ਥਾਂ ਤੇ ਉਹਨਾਂ ਨੇ ਜੋ ਸਟੱਡੀ ਕੀਤੀ ਸਿਰਫ ਪੰਜਾਬੀਆਂ ਤੇ ਨਹੀਂ, ਉਹਨਾਂ ਨੇ ਏਸ਼ੀਅਨਸ ਦੇ ਉੱਪਰ ਕੀਤੀ ਖੋਜ, ਜਿਨ੍ਹਾਂ ਵਿੱਚੋਂ ਕਿਉਂਕਿ ਸਾਡੇ ਹੀ ਭਾਰਤੀ ਡਾਕਟਰ ਕਾਫ਼ੀ ਨੇ ਜੋ ਬਾਹਰ ਬੈਠੇ ਨੇ, ਜਿੱਥੋਂ ਇਹ ਗੱਲਾਂ ਬੜੀਆਂ ਸਪਸ਼ਟ ਰੂਪ ਵਿੱਚ ਸਾਹਮਣੇ ਆ ਜਾਂਦੀਆਂ ਨੇ। ਕਿ ਸਾਡੇ ਆਪਣੇ ਪੰਜਾਬੀ ਵੀ ਜੋ ਬਾਹਰ ਵਸੇ ਹੋਏ ਨੇ, ਜੋ ਚੰਗੇ ਨੇ, ਠੀਕ-ਠਾਕ ਨੇ, ਉਹਨਾਂ ਵਿੱਚ ਵੀ ਇਹ ਡਿਪਰੈਸ਼ਨ ਦੇਖਣ ਨੂੰ ਮਿਲ ਰਹੀ ਹੈ। ਸੋ ਕਾਰਨ ਜੇ ਅਸੀਂ ਸਮਰੱਥ ਹਾਂ ਜਿਵੇਂ ਤੁਸੀਂ ਦੱਸਿਆ ਤਾਂ ਵੀ, ਨਹੀਂ ਤਾਂ ਵੀ, ਉਹਨਾਂ ਵਿੱਚੋਂ ਜੇ ਆਪਾਂ ਪਹਿਲਾਂ ਲੱਛਣ ਥੋੜ੍ਹੇ ਜਿਹੇ ਦੱਸ ਦਈਏ, ਫਿਰ ਆਪਾਂ ਕਾਰਨ ਪੂਰੇ ਡਿਟੇਲ 'ਚ ਜੋ ਲੱਭੇ ਗਏ ਨੇ, ਉਹਨਾਂ ਨੂੰ ਕਰਾਂਗੇ ਤਾਂ ਫਿਰ ਆਪਾਂ ਸੌਖਾ ਇਲਾਜ ਵੀ ਹੋ ਸਕੇਗਾ। ਜੀ। ਲੱਛਣ ਜਿਹੜੇ ਸਭ ਤੋਂ ਆਮ ਨੇ ਕਿ ਕੁਛ ਤੁਹਾਡਾ ਕੰਮ ਕਰਨ ਨੂੰ ਜੀਅ ਨਾ ਕਰਨਾ, ਕੁਛ ਚੰਗਾ ਜਿਹਾ ਮਹਿਸੂਸ ਨਾ ਹੋਣਾ ਜਾਂ ਕਿਤੇ-ਕਿਤੇ ਕਹਿਣਾ ਵੀ ਮੇਰਾ ਨਾ ਚੰਗਾ ਜਿਹਾ ਨਹੀਂ ਲੱਗ ਰਿਹਾ ਜਾਂ ਮੇਰਾ ਅੱਜ ਦੋਸਤ ਨੂੰ ਮਿਲਣ ਨੂੰ ਦਿਲ ਨਹੀਂ ਕਰਦਾ, ਮੈਂ ਅੱਜ ਗੱਲ ਨਹੀਂ ਉਸ ਨਾਲ ਕਰਨੀ, ਤੁਸੀਂ ਇਕੱਲੇ ਬੈਠਣਾ ਸ਼ੁਰੂ ਕਰ ਦਿਓ। ਇਹ ਆਮ ਬਹੁਤ ਆਮ ਲੱਛਣ ਜੇ ਬੱਚਿਆਂ ਦੇ ਵਿੱਚ ਜਿਹਨੂੰ ਮਾਪੇ ਝਿੜਕ ਕੇ ਚੱਲ ਉੱਠੋ ਇਹ ਕੰਮ ਕਰ, ਕੰਮ ਲੱਗ ਤੂੰ ਏਦਾਂ ਕਰ। ਯਾਨੀ ਉਹ ਸਮਝਦੇ ਹੀ ਨਹੀਂ ਕਿ ਇਹ ਉਹਦਾ ਲੱਛਣ ਜੋ ਸਟਾਰਟਿੰਗ ਹੈਗਾ, ਇਹਨੂੰ ਹੁਣੇ ਹੀ ਫੜੀਏ, ਉਹਨੂੰ ਪੁੱਛੀਏ ਵੀ ਕੀ ਹੋਇਆ, ਕਿਉਂ ਇਸ ਡਿਪਰੈਸ਼ਨ 'ਚ ਜਾ ਰਿਹਾ ਹੈ। ਇਹ ਚੀਜ਼ਾਂ ਸਾਨੂੰ ਪਤਾ ਹੀ ਨਹੀਂ ਲੱਗਦੀਆਂ। ਨੀਂਦਰ ਨਾ ਆਉਣੀ, ਪੜ੍ਹਾਈ 'ਚ ਪਛੜਨ ਲੱਗ ਜਾਣਾ, ਭੁੱਖ ਮਰ ਜਾਣੀ, ਵਾਲ ਝੜਨੇ ਸ਼ੁਰੂ ਹੋ ਜਾਣੇ, ਦਰਦਾਂ ਰਹਿਣ ਲੱਗ ਜਾਣੀਆਂ। ਇਹ ਕਾਫ਼ੀ ਆਮ ਜਿਹੇ ਲੱਛਣ ਨੇ ਜਿਨ੍ਹਾਂ ਨੂੰ ਅਸੀਂ ਬੇਗੌਰੀ ਕਰਦੇ ਹਾਂ, ਅਸੀਂ ਸਮਝਦੇ ਹੀ ਨਹੀਂ। ਫਿਰ ਬਜ਼ੁਰਗਾਂ ਵਿੱਚ ਕੁਝ ਵੱਖ ਲੱਛਣ ਹੁੰਦੇ ਨੇ ਕਿ ਉਹ ਗੱਲ ਕਰਨੀ ਘਟਾ ਦੇਣੀ ਜਾਂ ਬਹੁਤ ਚਿੜਚਿੜਾਪਨ ਹੋ ਜਾਣਾ, ਖਿਝਣ ਲੱਗ ਜਾਣਾ ਜਾਂ ਉਹਨਾਂ ਨੇ ਬਿਲਕੁਲ ਆਪਣੇ ਆਪ ਤੱਕ ਸਿਮਟ ਜਾਣਾ, ਖਾਣਾ ਘਟਾ ਦੇਣਾ, ਜਿਵੇਂ ਝੁਕਣ ਜਿਹਾ ਸਰੀਰ ਲੱਗ ਜਾਣਾ, ਕਮਜ਼ੋਰੀ ਹੋਣ ਲੱਗ ਜਾਣੀ, ਏਦਾਂ ਦਾ ਕਾਫ਼ੀ ਉਹਨਾਂ ਵਿੱਚ ਵੀ ਲੱਛਣ ਨੇ। ਜਿਹੜੇ ਬੱਚੇ ਛੋਟਿਆਂ 'ਚ ਜਿਵੇਂ 10 ਵਰ੍ਹਿਆਂ ਦੀ ਉਮਰ ਕੀ ਹੁੰਦੀ ਜੇ? ਇਸ ਉਮਰ ਵਿੱਚ ਬੱਚਿਆਂ ਦਾ ਅਸਲ 'ਚ ਫਿਕਰ ਕਿਉਂ ਇਹ ਵਿਸ਼ਵ ਪੱਧਰ ਤੇ ਰੌਲਾ ਪੈ ਰਿਹਾ? ਕਾਰਨ ਇਹ ਕਿ ਇਹ ਉਮਰ ਜੇ ਜਿੱਥੇ 10 ਤੋਂ 12 ਵਰ੍ਹਿਆਂ ਦੀ ਉਮਰ ਤੇ ਹੀ ਸ਼ਿਕਾਰ ਬਣਾਏ ਜਾਣ ਲੱਗ ਗਏ ਨੇ ਇਸ ਵੇਲੇ ਜੋ ਨਸ਼ੇ ਦੇ ਵਪਾਰੀ ਨੇ। ਕਿਉਂਕਿ ਉਹ ਇਹਨਾਂ ਨੂੰ ਚੁਣਦੇ ਨੇ ਕਿ ਬਾਕੀ ਤਾਂ ਸਾਡੇ ਸ਼ਿਕਾਰ ਹੋ ਚੁੱਕੇ। ਜਿਨ੍ਹਾਂ ਵਿੱਚ ਜਦੋਂ ਅਸੀਂ ਬਲੱਡ ਟੈਸਟ ਕਰਵਾਉਂਦੇ ਹਾਂ ਸੱਚੀ-ਮੁੱਚੀ ਕੰਬਦਾ ਜੇ ਦਿਲ ਕਿ ਕਿੰਨੀਆਂ-ਕਿੰਨੀਆਂ ਵੱਖੋ-ਵੱਖਰੀਆਂ ਤਰ੍ਹਾਂ ਦੀਆਂ ਉਹ ਜੋ ਨਸ਼ੇ ਦੇ ਉਹ ਵਰਤੋਂ ਕਰ ਚੁੱਕੇ ਹੋਏ ਨੇ ਤੇ ਕਿਸ ਤਰੀਕੇ ਉਹ ਸੂਈਆਂ ਨਾਲ ਜਕੜੇ ਪਏ ਨੇ। ਜਿਵੇਂ ਪਿੱਛੇ ਵੀ ਆਪਾਂ ਗੱਲ ਕੀਤੀ ਸੀ ਕਿ ਇੰਗਲੈਂਡ ਤੋਂ ਜਿਹੜੇ ਵਰਕ ਵੀਜ਼ਾ ਤੋਂ ਮੁੜੇ ਸਨ, ਜਿਹੜੇ ਦੁਬਾਰਾ ਜਾਣ ਲਈ ਜਦੋਂ ਟੈਸਟ ਕਰਾ ਰਹੇ ਨੇ ਤੇ ਹੁਣ ਉਹਨਾਂ 'ਚ HIV ਭਾਰੀ ਗਿਣਤੀ 'ਚ ਉਹਨਾਂ 'ਚ ਪੋਜ਼ਿਟਿਵ ਲੱਭ ਰਹੇ ਨੇ। ਸੋ ਇਹ ਜਿਹੜੇ ਹੁਣ ਉਸ ਤੋਂ ਹੇਠਾਂ ਨੂੰ ਤੁਰਨਾ ਸ਼ੁਰੂ ਹੋਇਆ ਨਸ਼ਿਆਂ ਦੇ ਸੌਦਾਗਰਾਂ ਵੱਲੋਂ ਕਿ ਇਹ ਉਮਰ ਤੇ ਜੋ ਟੈਂਡਰ ਉਮਰ ਹੈ, ਨਾਜ਼ੁਕ ਉਮਰ, ਇੱਥੇ ਫੜਨਾ ਸ਼ੁਰੂ ਕਰੋ। ਇਹ ਜੋ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਨੇ, ਬਹੁਤੇ ਹੁਣ ਕਾਰਨ ਜੋ ਦੱਸਦੇ ਨੇ ਕਿ ਮਾਪਿਆਂ ਵੱਲੋਂ ਪ੍ਰੈਸ਼ਰ ਪਾਣਾ, ਕਾਕਾ ਪੜ੍ਹ, ਪੜ੍ਹ, ਪੜ੍ਹ ਤੇ ਫਿਰ ਤੂੰ ਉਸ ਤੋਂ ਬਾਅਦ ਟਿਊਸ਼ਨ ਤੇ ਜਾ। ਤੇ ਜਿਹੜੀ ਅਸੀਂ ਨਾਰਮਲ ਕਿ ਖੇਡਾਂ ਦਾ ਵਿੱਚ ਜੋ ਸਾਡਾ ਰੁਝਾਨ ਹੋਇਆ ਕਰਦਾ ਸੀ ਕਿ ਉਹਦੇ ਨਾਲ ਤੁਸੀਂ ਆਪਣਾ ਚੜ੍ਹਦੀ ਕਲਾ ਹੋਣੀ ਜਾਂ ਉਹਦੇ ਵਿੱਚ ਤੁਸੀਂ ਸਰੀਰ ਚੁਸਤ ਹੋਣਾ, ਦਿਮਾਗ ਦਾ ਚੁਸਤ ਹੋਣਾ, ਉਹ ਤਾਂ ਅਸੀਂ ਮਨਫੀ ਕਰਤਾ। ਹੂੰ। ਇੰਨਾ ਜ਼ਬਰਦਸਤ ਜ਼ੋਰ ਪਾ ਦਿੱਤਾ, ਜਿਹਦੇ ਵਿੱਚ ਹੁਣ ਵੀ ਤੂੰ ਆਹ ਕਰੇਂਗਾ, ਅੱਗੋਂ ਤੂੰ ਆਈਲੈਟਸ ਵੀ ਕਰਨੀ ਹੈ, ਤੂੰ ਹੁਣ ਉਹਦੇ ਤੇ ਵੀ ਅੱਗੋਂ ਟਿਊਸ਼ਨਾਂ ਕਰਨੀਆਂ। ਯਾਨੀ ਅਸੀਂ ਤਾਂ ਬੱਚਿਆਂ ਦਾ ਨਾਸ ਮਾਰ ਰਹੇ ਹਾਂ, ਬਹੁਤ ਵਾਧੂ ਪੜ੍ਹਾਈ ਦਾ ਬੋਝ ਪਾ ਕੇ। ਸੋ ਹੂੰ। ਇਹ ਬੜੀ ਅਹਿਮ ਸਾਡੇ ਕੋਲ ਇਹ ਗੱਲ ਪਹੁੰਚੀ ਜੇ ਜਿਹੜੀ ਕਿ ਇਹਨਾਂ ਨੂੰ ਸਕੂਲਾਂ ਤੋਂ ਬਾਅਦ ਲਗਾਤਾਰ ਜਿਸ ਤਰੀਕੇ ਰਾਤ-ਰਾਤ ਤੱਕ ਉਹਨਾਂ ਨੂੰ ਅਸੀਂ ਟਿਊਸ਼ਨਾਂ ਤੇ ਫਿਰ ਅਗਲੇ ਦਿਨ ਦਾ ਫਿਰ ਟੈਸਟ, ਫਿਰ ਉਹ ਬਿਲਕੁਲ ਅਸੀਂ ਬੱਚੇ ਤਬਾਹ ਕਰ ਦਿੱਤੇ। ਜਿੱਥੇ 5 ਵਰ੍ਹਿਆਂ ਦੀ ਉਮਰ ਤੇ ਸਕੂਲਾਂ 'ਚ ਪਾਉਣਾ ਸੀ, ਅਸੀਂ ਬੱਚਿਆਂ ਨੂੰ 2.5 ਵਰ੍ਹਿਆਂ ਦੀ ਉਮਰ ਤੇ ਧੱਕ ਦਿੰਨੇ ਆ, ਚੱਲ ਹੁਣੇ ਹੀ ABC ਸ਼ੁਰੂ ਕਰ।
ਕੱਲ ਨੂੰ ਹੀ ਜਿਵੇਂ ਇਹਨੇ ਅੰਗਰੇਜ਼ੀ ਦਾ ਪੂਰਾ ਲੈਕਚਰਰ ਬਣ ਕੇ ਨਿਕਲਣਾ ਹੈ ਤੇ ਪਰਸੋਂ ਨੂੰ ਇਹਨੇ ਪੂਰੇ ਅਮਰੀਕਾ ਦੇ ਵਿੱਚ ਰਾਜ ਕਰ ਰਿਹਾ ਹੋਣਾ ਹੈ। ਇਸ ਤਰੀਕੇ ਦੀ ਸੋਚ ਜਿਹੜੀ ਪੰਜਾਬੀਆਂ ਦੇ ਛੋਟੇ-ਛੋਟੇ ਬੱਚਿਆਂ ਨੂੰ ਵੀ ਡਿਪਰੈਸ਼ਨ, ਤਣਾਅ, ਇਸ ਤਰੀਕੇ ਦਾ ਮਾਨਸਿਕ ਨਿਤਾਣਾਪਣ ਜਿਸ ਪਾਸੇ ਲਿਜਾ ਰਿਹਾ, ਸੋ ਇੱਕ ਅਹਿਮ ਕਾਰਨ ਸਾਨੂੰ ਪਤਾ ਹੋਣਾ ਚਾਹੀਦਾ। ਮੈਡਮ ਦੂਸਰਾ ਇੱਕ ਜਿਹੜਾ ਚਰਚਾ ਤੋਂ ਪਹਿਲਾਂ ਦੱਸ ਰਹੇ ਸੀ ਮੈਨੂੰ ਕਿ ਸੈਕਸੁਅਲ ਅਬਿਊਜ਼ ਜਿਹੜਾ ਉਹ ਵੀ ਇਹਦੇ ਵਿੱਚ ਸਾਹਮਣੇ ਆਉਂਦਾ। ਜੀ, ਬਿਲਕੁਲ। ਹੁਣ ਇਹਦੇ ਵਿੱਚ ਇਹਨਾਂ ਨੇ ਕਾਰਨ ਜੋ ਦੱਸੇ ਨੇ, ਜਿਵੇਂ ਤੁਸੀਂ ਆਪਾਂ ਨੂੰ ਪਤਾ ਹੀ ਹੈ ਕਿ ਬੇਰੁਜ਼ਗਾਰੀ ਤਾਂ ਮਾਪਿਆਂ ਵਿੱਚ ਜਿਵੇਂ ਜਾਂ ਨੌਜਵਾਨਾਂ ਵਿੱਚ ਉਹ ਕਾਰਨ ਅਹਿਮ ਜੇ, ਪੈਸੇ ਦੀ ਕਮੀ ਜਾਂ ਇਸ ਤਰ੍ਹਾਂ ਦਾ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਵਾਕਈ ਜੇ ਸਰੀਰਕ ਸ਼ੋਸ਼ਣ ਸਾਡੇ ਪੰਜਾਬ ਦੇ ਵਿੱਚ ਵੀ ਇਹ ਅਹਿਮ ਚੀਜ਼ ਸਾਹਮਣੇ ਉਹਨਾਂ ਨੇ ਕਾਰਨ ਦੱਸੀ। ਹੁਣ ਉਸ ਕਾਰਨ ਦੇ ਵਿੱਚ ਦੇਖੋ ਮੇਰੇ ਕੋਲ ਕੋਈ ਅੰਕੜੇ ਇਹਦੇ 'ਚ ਉਹਨਾਂ ਨੇ ਦਿੱਤੇ ਨਹੀਂ ਤੇ ਨਾ ਮੇਰੇ ਕੋਲ ਆਪਣੇ ਹੋ ਹੀ ਸਕਦੇ ਨੇ ਇਹੋ ਜਿਹੀ ਖੋਜ ਦੇ ਵਿੱਚ। ਪਰ ਉਹਨਾਂ ਨਾਲ ਵੱਲੋਂ ਲਿਖਿਆ ਜਾਣਾ ਸਰੀਰਕ ਸ਼ੋਸ਼ਣ ਦੇ ਵਿੱਚ, ਨਾਲ ਉਹਨਾਂ ਨੇ ਲਿਖਿਆ ਹੋਣਾ ਕਿ ਨੌਜਵਾਨਾਂ ਵਿੱਚ ਵੱਧਦਾ ਨਸ਼ੇ ਦਾ ਰੁਝਾਨ, ਜਿਸ ਵਿੱਚ ਇਹਨਾਂ ਨੂੰ ਜਬਰੀ ਸ਼ਿਕਾਰ ਬਣਾਇਆ ਜਾਣਾ ਜਾਂ ਇੱਕ ਦੂਸਰਾ ਅਹਿਮ ਨੁਕਤਾ ਕਿ ਇੰਨੀ ਜ਼ਿਆਦਾ ਇਹ ਕਿਉਂਕਿ ਜਿਸ ਤਰੀਕੇ ਦਾ ਸ਼ਰਾਬ ਦਾ ਜਾਂ ਨਸ਼ੇ ਦਾ ਰੁਝਾਨ ਵੱਧਦਾ ਜਾਂਦਾ ਹੈ, ਤਾਂ ਆਪਣੇ ਹੀ ਰਿਸ਼ਤੇਦਾਰਾਂ ਵੱਲੋਂ ਸਕੇ ਮਾਂ ਖਿਮਾ ਕਰਿਓ ਸਕੇ ਪਿਓ ਵੱਲੋਂ ਚਾਚੇ, ਤਾਏ, ਕਜ਼ਨਸ ਤੋਂ, ਨੌਕਰ ਤੋਂ ਜਾਂ ਆਂਢ-ਗੁਆਂਢ ਤੋਂ, ਰਿਸ਼ਤੇਦਾਰੀਆਂ ਚੋਂ ਜਾਂ ਇਹਨਾਂ ਦੇ ਮਾਮੇ ਤੱਕ ਦਾ ਜ਼ਿਕਰ ਹੈ ਕਿ ਜਿਨ੍ਹਾਂ ਨੇ ਬੇਟੀਆਂ ਨੂੰ ਹੀ ਨਹੀਂ ਬਲਕਿ ਛੋਟੇ ਬੇਟਿਆਂ ਨੂੰ ਵੀ ਸ਼ਿਕਾਰ ਬਣਾਇਆ। ਸੋ ਉਹ ਸਰੀਰਕ ਸ਼ੋਸ਼ਣ ਵੀ ਇੱਕ ਅਹਿਮ ਕਾਰਨ ਬਣਦਾ ਜਾ ਰਿਹਾ ਨੌਜਵਾਨਾਂ ਵਿੱਚ, ਜਿਹੜੇ ਛੋਟੀ ਉਮਰੇ ਜਿਹੜੇ ਇਸ ਚੀਜ਼ ਤੋਂ ਇੰਨਾ ਮਾਨਸਿਕ ਨਿਤਾਣਾਪਣ ਹੋ ਜਾਂਦਾ ਉਹਨਾਂ ਦਾ ਕਿ ਸੀਵੀਅਰ ਡਿਪਰੈਸ਼ਨ ਕਿ ਆਖਰ ਸਾਡੇ ਨਾਲ ਹੀ ਕਿਉਂ? ਅਸੀਂ ਕਿਸ ਨੂੰ ਰਿਪੋਰਟ ਕਰਨਾ? ਉਹਨਾਂ ਨੂੰ ਕੁਛ ਪਤਾ ਨਹੀਂ, ਉਹ ਸਿਰਫ਼ ਡਰ, ਭੈ, ਆਪਣੇ ਆਪ ਤੋਂ ਖਿਝ ਆਉਣੀ ਇਸ ਤਰੀਕੇ ਦਾ ਉਹ ਸ਼ਿਕਾਰ ਹੋ ਜਾਂਦੇ ਨੇ, ਜਿਹਦੇ ਨਾਲ ਇਹਨਾਂ ਨੂੰ ਸਾਡਾ ਖ਼ਾਸ ਤੌਰ ਤੇ ਜ਼ਿਕਰ ਕੀਤਾ ਕਿ ਪੰਜਾਬ ਵਿੱਚ ਨਸ਼ੇ ਦੇ ਨਾਲ ਸਿਰਫ਼ ਏਡਜ਼ ਦੀ ਬਿਮਾਰੀ ਨਹੀਂ ਜਾਂ ਨੌਜਵਾਨ ਮੌਤਾਂ ਦੀ ਹੋਈ ਨਹੀਂ, ਬਲਕਿ ਸਰੀਰਕ ਸ਼ੋਸ਼ਣ ਵੀ ਇੱਕ ਅਹਿਮ ਨੁਕਤਾ ਉਹਨਾਂ ਨੇ ਚੱਕਿਆ ਕਿ ਇੱਕ ਕਾਰਨ ਜਿਸ ਵਿੱਚ ਸਾਡੇ ਕੋਲ ਦਾਈਆਂ ਦੇ ਹੱਥੋਂ ਇਹਨਾਂ ਨੌਜਵਾਨ ਬੇਟੀਆਂ ਦੀ ਜਿਸ ਤਰੀਕੇ ਅਬੋਰਸ਼ਨ ਹੋ ਰਹੀ ਹੈ, ਉਹਦੇ 'ਚ ਕੋਈ ਲੁਕਾ ਨਹੀਂ। ਹੁਣ ਤਾਂ ਸਾਡੇ ਇਹੋ ਜਿਹੇ ਕਾਨੂੰਨ ਹੀ ਬਣ ਗਏ ਕਿ ਅਨਵੈਡ ਮਦਰਸ ਜੇ ਹਨ ਵੀ ਤਾਂ ਵੀ ਤੁਸੀਂ ਜਾਂ ਲਿਵ ਇਨ 'ਚੋਂ ਵੀ ਤੁਸੀਂ ਆਪਣਾ ਸਰੀਰ ਦਾ ਆਪਣਾ ਰੱਖ ਸਕਦੇ ਹੋ। ਤਾਂ ਹੁਣ ਕਾਨੂੰਨ ਹੀ ਇਸੇ ਲਈ ਬਣੇ ਕਿਉਂਕਿ ਇਹ ਚੀਜ਼ਾਂ ਕੋਈ ਲੁਕੀਆਂ ਨਹੀਂ ਰਹੀਆਂ, ਸਾਹਮਣੇ ਆ ਚੁੱਕੀਆਂ ਨੇ। ਤੋ ਇਹ ਸਾਰਾ ਵਰਤਾਰੇ ਦੇ ਵਿੱਚ ਇੱਕ ਕਮਾਲ ਦੀ ਗੱਲ ਦੱਸਾਂ ਜੋ ਕਿ ਹਾਸਾ ਹੀ ਆਉਂਦਾ ਦੱਸਦਿਆਂ ਕਿ ਉਹਨਾਂ ਨੇ ਕਿਹਾ ਏਸ਼ੀਅਨਜ਼, ਹੁਣ ਇਹਦੇ 'ਚ ਇਕੱਲੇ ਪੰਜਾਬੀ ਨਹੀਂ, ਕਿ ਏਸ਼ੀਅਨਜ਼ ਦਾ ਇੱਕ ਖਾਸ ਗੱਲ ਏ, ਇਹਨਾਂ 'ਚ ਸਭ ਤੋਂ ਵੱਧ ਇਹ ਹੈ ਕਿ ਦੂਜਿਆਂ ਦੀ ਖੁਸ਼ੀ ਨਹੀਂ ਜਰਦੇ। ਯਾਨੀ ਸਭ ਤੋਂ ਵੱਧ ਸਾਨੂੰ ਸਾੜਾ ਇਹ ਹੁੰਦਾ ਜੇ ਕਿ ਮੇਰੀ ਹੋਈ ਆਪਣੀ ਦਰਾਣੀ ਕਿਉਂ ਅੱਗੇ ਚੱਲਾਂਗੀ, ਗੁਆਂਢੀ ਕੋਲੇ ਕਾਰ ਵੱਡੀ ਕਿਉਂ ਆ, ਫਲਾਣੇ ਦਾ ਇਹ ਕਿਉਂ ਹੈ, ਮੇਰੇ ਰਿਸ਼ਤੇਦਾਰੀ ਵਿੱਚ ਇਹ ਵਾਲੇ ਦਾ ਵਧੀਆ ਨੂੰਹ ਲੱਭ ਗਈ ਹੈ, ਉਹਨੂੰ ਦਾਜ ਇੰਨਾ ਮਿਲ ਗਿਆ। ਯਾਨੀ ਅਸੀਂ ਸਭ ਤੋਂ ਵੱਧ ਦੁਖੀ ਹੁੰਨੇ ਆ ਕਿਸੇ ਹੋਰ ਆਪਣੇ ਹੀ ਨਾਲ ਦੇ ਨੂੰ ਅਗਾਂਹ ਵੱਧਦੇ ਵੇਖ। ਹੁਣ ਦੱਸੋ ਇਹ ਇੱਕ ਡਿਪਰੈਸ਼ਨ ਦਾ ਕਾਰਨ ਦੱਸਿਆ ਗਿਆ ਜੋ ਕਿ ਸਾਡੇ ਹੀ ਹੱਥ ਹੈ ਕਿ ਅਸੀਂ ਇਹਨੂੰ ਛੱਡ ਸਕਦੇ ਹਾਂ। ਪਰ ਸਾਡਾ ਇਹ ਸੋਚ ਲਓ ਕਿ ਕਿਸ ਤਰੀਕੇ ਦੀ ਸਾਡੀ ਮਾਨਸਿਕ ਦਸ਼ਾ ਹੈ ਕਿ ਆਪਣੇ ਆਪ ਨੂੰ ਅਗਾਂਹ ਤੋਰਨ ਨਾਲੋਂ ਦੂਜੇ ਦੀ ਲਾਈਨ ਕੱਟਣ ਨੂੰ, ਦੂਜੇ ਨੂੰ ਥੱਲੇ ਢਾਉਣ ਨੂੰ, ਉਹ ਸਾਨੂੰ ਜ਼ਿਆਦਾ ਡਿਪਰੈਸ਼ਨ ਦਾ ਸ਼ਿਕਾਰ ਬਣਾ ਰਿਹਾ। ਹੁਣ ਇਹੋ ਜੀ ਜਿਹੇ ਜਦੋਂ ਕਾਰਨ ਪੜ੍ਹਨੇ ਪੈਣ ਤਾਂ ਹਾਸਾ ਹੀ ਆ ਸਕਦਾ ਵੀ ਅਸੀਂ ਕਰ ਕੀ ਰਹੇ ਹਾਂ ਕਿ ਆਪਣਾ ਮੌਤ ਤੱਕ ਬੁਲਾ ਲੈਂਦੇ ਹਾਂ। ਅਸੀਂ ਲਗਾਤਾਰ ਪੱਕੇ ਮਾਨਸਿਕ ਰੋਗੀ ਬਣਨ ਨੂੰ ਤੁਰੇ ਹੋਏ ਹਾਂ। ਪਰ ਇਹ ਨਹੀਂ ਅਸੀਂ ਨੁਕਤਾ ਛੱਡ ਸਕਦੇ ਜੀ ਮੈਨੂੰ ਨੀਂਦਰ ਨਹੀਂ ਆਉਂਦੀ, ਫਲਾਣੇ ਦਾ ਬੱਚਾ ਰਾਤ 2 ਵਜੇ ਤੱਕ ਕਿਉਂ ਪੜ੍ਹ ਰਿਹਾ, ਮੇਰਾ ਕਿਉਂ ਨਹੀਂ ਪੜ੍ਹ ਰਿਹਾ। ਯਾਨੀ ਸਾਡਾ ਹੀ ਮਾਨਸਿਕ ਰੋਗ ਜੋ ਹੈ ਅਸੀਂ ਆਪਣੇ ਬੱਚਿਆਂ ਨੂੰ ਵੀ ਦੇ ਰਹੇ ਹਾਂ ਤੇ ਬੇਵਜ੍ਹਾ ਛੇਤੀ ਮਰ ਰਹੇ ਹਾਂ ਕਿ ਦੂਜੇ ਕੋਲ ਕਾਰ ਕਿਉਂ ਵੱਡੀ, ਉਹਦਾ ਮੁੰਡਾ ਕਿਉਂ ਸੋਹਣਾ, ਉਹਦਾ ਫਲਾਣਾ ਕਿਉਂ, ਕੀ ਆਖਰ ਕਿਉਂ? ਮੈਡਮ ਮੇਰਾ ਆਖਰੀ ਸਵਾਲ ਹੈ ਕਿਉਂਕਿ ਹੁਣ ਲੋਕ ਕਹਿੰਦੇ ਹੋਣੇ ਕਿ ਇਲਾਜ ਵੀ ਦੱਸਣਾ ਚਾਹੀਦਾ। ਕਈ ਇਹੋ ਜਿਹੇ ਹੁੰਦੇ ਨੇ ਜਿਵੇਂ ਗੱਲ ਆਉਂਦੀ ਹੈ ਕਿ ਤੂੰ ਮਾੜਾ ਮੋਟਾ ਕਹਿੰਦੇ ਸ਼ਰਾਬ ਦੀ ਘੁੱਟ ਲਾ ਲੈ, 2-4 ਪੈਗ ਲਾ ਲੈ ਤੇ ਟੈਨਸ਼ਨ ਮੁਕਤ ਹੋ ਕੇ ਸੋ ਜਾ, ਸਵੇਰ ਨੂੰ ਨਵੀਂ ਜ਼ਿੰਦਗੀ ਸ਼ੁਰੂ ਕਰ, ਫਿਰ ਸ਼ਰਾਬ ਦੀ ਘੁੱਟ ਲਾ ਲੈ ਜਾਂ ਕਿਸੇ ਵੀ ਢੰਗ ਦਾ ਨਸ਼ਾ ਕਰ ਲੈ ਤੇ ਉਸ ਤੋਂ ਬਾਅਦ ਟੈਨਸ਼ਨ ਮੁਕਤ ਜਾ ਹੋ ਜਾ, ਉਡਾਰੀਆਂ ਮਾਰਨੀਆਂ ਉੱਪਰ ਨੂੰ। ਸਵਾਲ ਹੁਣ ਇਹ ਆ ਕੇ ਮੁੱਕਦਾ ਕਿ ਜਦੋਂ ਅਸੀਂ ਇਲਾਜ ਦੀ ਗੱਲ ਕਰਦੇ ਹਾਂ ਲੋਕਾਂ ਨੂੰ ਏਦਾਂ ਲੱਗਦਾ ਕਿ ਸ਼ਾਇਦ ਕਿਸੇ ਗੋਲੀ ਨਾਲ ਟ੍ਰੀਟਮੈਂਟ ਹੋ ਜੇ। ਕਈਆਂ ਨੂੰ ਮੈਂ ਦੇਖਿਆ ਕਿ ਬਹੁਤ ਪੈਸਾ ਵੀ ਆ ਪਰ ਟੈਨਸ਼ਨ ਵੀ ਇੰਨੀ ਵੱਡੀ ਆ ਕਿ ਉਹ ਜੀਭ ਥੱਲੇ ਗੋਲੀਆਂ ਰੱਖ ਕੇ ਆਪਣੇ ਦਿਨ ਟਪਾਉਂਦੇ ਨੇ। ਇਹੋ ਜਿਹਾ ਕੁਝ ਉਹਨਾਂ ਨੂੰ ਕਰਨਾ ਪੈਂਦਾ। ਪਰ ਜਿਵੇਂ ਤੁਸੀਂ ਕਿਹਾ ਕਿ ਸੈਲਫ ਹੈਲਪ ਵਾਲੇ ਪਾਸੇ ਤੁਰਨਾ ਚਾਹੀਦਾ, ਆਪਾਂ ਨਾ ਇਲਾਜ ਆਪ ਹੀ ਕਰਨਾ ਚਾਹੀਦਾ।
ਬਿਲਕੁਲ ਇੱਕ ਤਾਂ ਇਹ ਨਾ ਟੋਟਲੀ ਸਾਡੇ ਦਿਮਾਗ ਵਿੱਚ ਗਲਤ ਚੀਜ਼ ਵੜ ਚੁੱਕੀ ਹੈ ਕਿ ਸ਼ਰਾਬ ਸਾਨੂੰ ਢਹਿੰਦੀ ਕਲਾ ਚੋਂ ਬਾਹਰ ਲਿਆ ਸਕਦੀ ਹੈ, ਸਗੋਂ ਸ਼ਰਾਬ ਢਹਿੰਦੀ ਕਲਾ ਵੱਲ ਵੱਧ ਤੋਰਦੀ ਹੈ। ਇਸੇ ਤਰ੍ਹਾਂ ਨਸ਼ਾ ਸਗੋਂ ਹੋਰ ਉਹਨੂੰ ਆਦੀ ਬਣਾ ਤਾਂ ਦਿੰਦਾ ਹੀ ਹੈ, ਪਰ ਸਾਡੀ ਮਾਨਸਿਕ ਦਸ਼ਾ ਹੋਰ ਹੇਠਾਂ ਨੂੰ ਲੈ ਜਾਂਦਾ। ਤੇ ਇਹ ਪਹਿਲੀ ਗੱਲ ਤਾਂ ਬਿਲਕੁਲ ਸਾਨੂੰ ਇਹ ਠੀਕ ਨਹੀਂ ਕਰਦੇ। ਦੂਜੀ ਜਿਹੜੀ ਸਾਡਾ ਹੁਣ ਇਹ ਜੋ ਝੱਸ ਪਿਆ ਜਾਂ ਝੱਲ ਹੀ ਪੈ ਚੁੱਕਾ ਕਿ ਅਸੀਂ ਜੀ ਇੰਨੀ ਹੋਰ ਪੜ੍ਹਾਈ, ਹੋਰ ਪੜ੍ਹਾਈ, ਹੋਰ ਪੜ੍ਹਾਈ। ਇੱਕ ਤਾਂ ਪਹਿਲੀ ਗੱਲ ਸਾਨੂੰ ਉਹਦੇ 'ਚ ਥੋੜ੍ਹਾ ਜਿਹਾ ਸਾਨੂੰ ਚੇਂਜ ਓਵਰ ਕਰਨਾ ਪਊਗਾ ਕਿ ਸਿਰਫ਼ ਸਰਕਾਰੀ ਨੌਕਰੀਆਂ ਵੱਲ ਝਾਕ ਨਾ ਰੱਖੀਏ। ਸੈਲਫ ਇੰਪਲੋਇਮੈਂਟ ਬਹੁਤ ਵੱਡੀ ਚੀਜ਼ ਹੈ। ਸੋ ਇਹਦਾ ਮਤਲਬ ਹੈ ਕਿ ਆਪਾਂ ਸਿਰਫ਼ ਨੰਬਰ ਲਿਆਉਣ ਵੱਲ ਨਾ ਕਰੀਏ, ਬੱਚਿਆਂ ਨੂੰ ਖੇਡਾਂ ਵੱਲ ਪ੍ਰੋਤਸਾਹਿਤ ਕਰਨਾ ਬਹੁਤ ਜ਼ਰੂਰੀ ਜੇ। ਇਸੇ ਲਈ ਹਰ ਉਮਰ ਦੇ, ਹਰ ਵਰਗ ਦੇ, ਹਰ ਇੱਕ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਰੈਗੂਲਰਲੀ ਹਰ ਰੋਜ਼ ਯਾਨੀ 40 ਤੋਂ 45 ਮਿੰਟ ਤਗੜੀ ਕਸਰਤ ਕਰਨੀ ਜ਼ਰੂਰੀ ਜੇ, ਜਿਹੜੀ ਹਫ਼ਤੇ ਵਿੱਚ 5 ਦਿਨ ਅਹਿਮ ਜੇ, ਬਹੁਤ ਅਹਿਮ ਹੈ। ਇਹ ਅਸੀਂ ਬਿਲਕੁਲ ਆਪਣੇ ਮਨ ਚੋਂ ਮਨਫੀ ਕਰ ਦਿੱਤਾ ਕਿ ਬੱਚਿਆਂ ਨੂੰ ਸਿਰਫ਼ ਪੜ੍ਹਾਉਣਾ ਹੈ ਤੇ ਉਹ ਪੜ੍ਹਾ ਕੇ ਮੈਨੂੰ ਇਹ ਦੱਸ ਦਿਓ ਕਿ ਜੇ ਉਹਨਾਂ ਦੀ ਪੜ੍ਹਾਉਣ ਤੋਂ ਬਾਅਦ 60 ਵਰ੍ਹੇ ਉਮਰ ਹੀ ਛੋਟੀ ਕਰਤੀ, ਤੁਹਾਡਾ ਬੱਚਾ ਖੁਦਕੁਸ਼ੀ ਹੋਈ ਕਰ ਗਿਆ ਤਾਂ ਉਸ ਚੋਂ ਖੱਟਿਆ ਕੀ? ਸੋ ਆਪਾਂ ਥੋੜਾ ਬੈਲੈਂਸਡ ਪਹਿਲਾਂ ਉਹਨਾਂ ਨੂੰ ਟਾਈਮ ਦਈਏ ਕਿ ਪਹਿਲਾਂ 2.5 ਸਾਲਾਂ ਤੇ ਹੀ ਨਾ ਉਹਨਾਂ ਨੂੰ ਵਾੜ ਦਿਓ, 5 ਸਾਲ ਤੇ ਉਹਨਾਂ ਨੂੰ ਪੜ੍ਹਨੇ ਪਾਓ ਸਕੂਲ ਵਿੱਚ, ਉਹਨਾਂ ਨੂੰ ਖੇਡ ਲੈਣ ਦਿਓ। ਤੇ ਦੂਸਰੀ ਅਹਿਮ ਚੀਜ਼ ਕਿ ਆਪਣਾ ਗੁੱਸਾ ਬੱਚਿਆਂ ਉੱਤੇ ਨਾ ਪਾਈਏ ਕਿ ਮੈਨੂੰ ਅੱਜ ਝਿੜਕ ਪਈ ਆਪਣੇ ਬੌਸ ਤੋਂ ਜਾਂ ਮੈਂ ਆਪਣੇ ਕੰਮਕਾਰ ਤੋਂ ਜਾਂ ਮੇਰਾ ਘਾਟਾ ਪਿਆ ਆਪਣੇ ਕੰਮਕਾਰ ਚੋਂ, ਤਾਂ ਉਹ ਬੱਚਿਆਂ ਦੇ ਉੱਤੇ ਗੁੱਸਾ ਲਾਉਣਾ ਛੱਡੀਏ। ਸੋ ਇਹ ਇੱਕ ਜ਼ਰੂਰੀ ਜੇ ਸਾਨੂੰ ਸਮਝਣਾ ਇਸ ਪੱਖੋਂ। ਫਿਰ ਤੀਜੀ ਚੀਜ਼ ਆਪਾਂ ਦੂਜੇ ਨਾਲ ਮੇਚਣਾ ਛੱਡ ਕੇ ਆਪਣੇ ਆਪ ਨੂੰ ਸਹਿਜ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਜੋ ਜਿੰਨੇ ਦੁਨੀਆ ਭਰ ਦੇ ਬੜੇ ਜੋ ਨਾਮਵਰ ਇਸ ਵੇਲੇ ਜਿੰਨੇ ਵੀ ਸਾਈਕੈਟਰਿਸਟਸ ਨੇ ਉਹ ਦੱਸਦੇ ਨੇ ਕਿ ਆਪਣੇ ਆਪ ਨੂੰ ਬਿਜ਼ੀ ਰੱਖੋ। ਹੁਣ ਬਿਜ਼ੀ ਰੱਖਣ ਦਾ ਨਵੀਂ ਜ਼ਬਾਨ ਸਿੱਖੀ ਜਾ ਸਕਦੀ ਹੈ। ਤੁਸੀਂ ਜਿਵੇਂ ਸਵੇਰ ਦੀ ਟੈਨਸ਼ਨ ਤੋਂ ਆਏ ਹੋ, ਜਦੋਂ ਬਿਲਕੁਲ ਹੀ ਹੋਰ ਕੋਈ ਚੀਜ਼ ਪਾਸੇ ਤੁਰ ਜਾਓਗੇ, ਤੇ ਤੁਹਾਡਾ ਧਿਆਨ ਇੱਕ ਹੋਰ ਪਾਸੇ ਜੁੜ ਜਾਏਗਾ, ਜਿੱਥੋਂ ਤੁਸੀਂ ਉਹ ਟੈਨਸ਼ਨ ਆਪਣੇ ਆਪ ਛੰਡੀ ਜਾਂਦੀ ਹੈ। ਯਾਨੀ ਪਹਿਲੀ ਅਹਿਮ ਚੀਜ਼ ਸੀ ਕਸਰਤ। ਦੂਜੀ ਚੀਜ਼ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਰੁਝੇਵੇਂ ਦੇ ਵਿੱਚ ਰੱਖਣਾ ਹੈ, ਜਿਹੜਾ ਕਿ ਨਾਰਮਲ ਰੂਟੀਨ ਤੋਂ ਵੱਖ ਹੋਵੇ। ਜਿਵੇਂ ਕੱਲੀ ਇੱਕ ਨਵੀਂ ਜ਼ਬਾਨ ਹੀ ਸਿੱਖਣੀ ਨਹੀਂ, ਮਿਸਾਲ ਵਜੋਂ ਤੁਸੀਂ ਜੀ ਸਵੈਟਰ ਬੁਣਨਾ ਸਿੱਖ ਲਿਆ, ਤੁਸੀਂ ਨਵੀਂ ਪੇਂਟਿੰਗ ਕਰਨੀ ਸਿੱਖ ਲਈ, ਗਿਟਾਰ ਵਜਾਣੀ ਸਿੱਖ ਲਈ, ਕੁਛ ਵੀ ABCD ਯਾਨੀ ਹਰ ਚੀਜ਼ ਤੁਸੀਂ ਨਵੀਂ ਸਿੱਖ ਸਕਦੇ ਹੋ। ਤੀਸਰੀ ਚੀਜ਼, ਦੋਸਤਾਂ ਮਿੱਤਰਾਂ ਨਾਲ ਬਾਹਰ ਜਾਣਾ, ਇਹ ਸਾਨੂੰ ਖਾ ਗਿਆ, ਜਿਹੜਾ ਸਾਡਾ ਜਿਸ ਤਰੀਕੇ ਅਸੀਂ ਇਹ ਕੰਪਿਊਟਰਸ ਤੇ ਜੋ ਵੀ ਸਾਡਾ ਇਹ ਮੀਡੀਆ ਸਾਨੂੰ ਜਿਸ ਤਰੀਕੇ ਚੱਬ ਰਿਹਾ, ਇਹ ਮੇਜਰ ਸੋਸ਼ਲ ਫੋਬੀਆ ਬਣ ਚੁੱਕਾ, ਯਾਨੀ ਸਾਨੂੰ ਮਾਰਦਾ ਪਿਆ। ਸੋ ਇਹਨੂੰ ਪਰਾਂ ਕਰੀਏ। ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਹਫ਼ਤੇ ਵਿੱਚ 2 ਦਿਨ ਸਵਿਚ ਆਫ ਕਰ ਦਿਓ ਇਹਨੂੰ। ਤੁਸੀਂ ਇਸ ਤੋਂ ਬਚਾਅ ਕਰੋ ਤਾਂ ਹੀ ਛੇਤੀ ਤੁਸੀਂ ਠੀਕ ਹੋਵੋਗੇ, ਮਾਨਸਿਕ ਰੋਗੀ ਬਣਾ ਰਿਹਾ ਤੁਹਾਨੂੰ। ਤੋ ਇਹਦੇ 'ਚ ਛੋਟੇ ਬੱਚਿਆਂ ਨੂੰ ਔਟਿਜ਼ਮ, ADHD ਇਸ ਤਰ੍ਹਾਂ ਦੇ ਰੋਗ ਲੱਗ ਰਹੇ ਨੇ, ਟਿਕ ਕੇ ਨਹੀਂ ਬਹਿ ਸਕਦੇ, ਚਿੜਚਿੜੇ, ਜ਼ਿੱਦੀ। ਤੋ ਇਹ ਸਾਨੂੰ ਸੋਸ਼ਲ ਮੀਡੀਆ ਤੋਂ ਪਰਾਂ ਕਰਨਾ, ਦੋਸਤਾਂ ਮਿੱਤਰਾਂ ਨਾਲ ਮਿਲਣਾ, ਫੈਮਿਲੀ ਨਾਲ, ਆਪਣੇ ਟੱਬਰ ਨਾਲ ਸਮਾਂ ਬਿਤਾਉਣਾ, ਇਹ ਬਹੁਤ ਜ਼ਰੂਰੀ ਜੇ। ਫਿਰ ਖੁਰਾਕ ਤੇ ਮੇਨ ਨੀਂਦਰ, ਚੀਜ਼ਾਂ ਜੇ ਸਾਨੂੰ ਸਮਝ ਆ ਜਾਣ। ਖੁਰਾਕ ਵਿੱਚ ਹਰੀਆਂ ਸਬਜ਼ੀਆਂ ਜ਼ਿਆਦਾ ਖਾਧੀਆਂ ਜਾਣ, ਫਲ ਖਾਧੇ ਜਾਣ, ਤਲੀਆਂ ਚੀਜ਼ਾਂ ਘੱਟ ਲਈਆਂ ਜਾਣ, ਸ਼ਰਾਬ ਜਾਂ ਨਸ਼ਾ ਬਿਲਕੁਲ ਨਾ ਕੀਤਾ ਜਾਏ। ਚਾਹ, ਕੌਫੀਆਂ ਅਸੀਂ ਸੋਚਦੇ ਹਾਂ ਕਿ ਅਸੀਂ ਹੋਰ ਲਈ ਜਾਈਏ, ਸ਼ਾਇਦ ਇਹਦੇ ਨਾਲ ਅਸੀਂ ਠੀਕ ਹੋਵਾਂਗੇ, ਸਗੋਂ ਇਹਦੇ ਵਾਧੂ ਨਾਲ ਨੁਕਸਾਨ ਹੁੰਦਾ ਜੇ। ਇਸੇ ਤਰ੍ਹਾਂ ਨੀਂਦਰ ਇੱਕੋ ਵਕਤ ਤੇ ਸੇਮ ਟਾਈਮ ਜੇ ਤੁਸੀਂ ਰੋਜ਼ ਰੱਖੋਗੇ, ਤੁਹਾਡੀ ਬਾਇਓਲੋਜੀਕਲ ਕਲੌਕ ਹੁੰਦੀ ਹੈ ਕਿ ਸਰੀਰ ਦੇ ਅੰਦਰ ਜੋ ਕੁਦਰਤੀ ਘੜੀ ਲੱਗੀ ਜੇ, ਉਹ ਤੁਹਾਨੂੰ ਉਸ ਨੀਂਦਰ ਦੇ ਦੌਰਾਨ ਵਾਧੂ ਦੇਖੋ ਜਿਵੇਂ ਸਿੰਕ 'ਚ ਵੀ ਪਾਣੀ ਭਰਦੇ ਹੋ ਨਾ, ਜੇ ਉਹਦੀ ਮੋਰੀ ਬੰਦ ਕਰ ਦਿੱਤੀ ਜਾਏ ਤੇ ਉੱਪਰੋਂ ਉਹ ਵਗਣਾ ਸ਼ੁਰੂ ਹੋ ਜਾਂਦਾ ਪਾਣੀ। ਇੰਝ ਹੀ ਦਿਮਾਗ ਦਾ ਹਾਲ ਜੇ ਕਿ ਸਾਰਾ ਦਿਨ ਤੁੰਨੀ ਹੋਈ ਜਾਂਦੇ ਆ, ਉਹਨੂੰ ਨਿਕਲਣ ਦਾ ਰਾਹ ਦਈਏ, ਉਹ ਮੋਰੀਆਂ ਉਹਦੀਆਂ ਖਾਲੀ ਕਰਨੀਆਂ ਜੇ ਤਾਂ ਤਰੀਕਾ ਇੱਕੋ ਹੈ ਕਿ ਅਸੀਂ ਨੀਂਦਰ ਦੇ 8 ਘੰਟੇ ਜ਼ਰੂਰ ਪੂਰੇ ਕਰੀਏ। ਸੋ ਇਹ ਚੀਜ਼ਾਂ ਦੇ ਵਿੱਚ ਪਤਾ ਜੇ ਕੀ 2 ਨੁਕਤੇ ਦੱਸ ਦਿੰਨੀ ਆ ਜਿਹੜੇ ਅਹਿਮ ਜੇ, ਕਿ ਇੱਕ ਤਾਂ ਸ਼ੁਕਰਾਨਾ ਕਰਨਾ ਸਿੱਖੀਏ, ਜੋ ਹੈ ਉਹਦੇ ਉੱਤੇ ਭਾਈ ਧਿਆਨ ਕਰੀਏ, ਬਹੁਤ ਕੁਛ ਹੈ। ਅੱਜ ਸਾਡੇ ਕੋਲ ਜੇ ਸਾਰਾ ਕੁਛ ਹੁੰਦਿਆਂ ਵੀ ਸਾਨੂੰ ਡਿਪਰੈਸ਼ਨ ਫੀਲ ਹੋ ਰਹੀ ਹੈ ਤਾਂ ਕਿਉਂਕਿ ਅਸੀਂ ਸ਼ੁਕਰ ਹੀ ਕਰਨਾ ਭੁੱਲ ਗਏ। ਤੇ ਆਹ ਚੀਜ਼ਾਂ ਕਦੇ ਵੀ ਨਹੀਂ ਸਨ, ਅੱਜ ਹੈਗੀਆਂ ਨੇ, ਮਾਣ ਲਈਏ। ਸੋ ਸ਼ੁਕਰ ਕਰਨਾ ਤੇ ਦੂਸਰੀ ਜੇ ਸਬਰ, ਜੇ 2 ਚੀਜ਼ਾਂ ਸਾਨੂੰ ਆ ਗਈਆਂ ਨਾ, ਸਬਰ, ਸੰਤੋਖ ਕਿਵੇਂ ਕਰਨਾ ਜੇ, ਫਿਰ ਅਸੀਂ ਇਸ ਚੀਜ਼ ਤੋਂ ਬਚ ਸਕਦੇ ਹਾਂ। ਤੇ ਇਹ ਤਾਂ ਪੰਜਾਬੀਆਂ ਨੂੰ ਗੁੜਤੀ 'ਚ ਮਿਲੀਆਂ ਚੀਜ਼ਾਂ ਨੇ, ਜਿਨ੍ਹਾਂ ਨੂੰ ਭੁੱਲ ਕੇ ਅਸੀਂ ਹੋੜ 'ਚ ਲੱਗ ਗਏ, ਤੇਰੇ ਤੋਂ ਅੱਗੇ, ਤੇਰੇ ਤੋਂ ਅੱਗੇ, ਤੇਰੇ ਤੋਂ ਅੱਗੇ, ਬਸ ਉਹ ਦੌੜ 'ਚ ਹੀ ਜਾ ਰਹੀ ਹਾਂ। ਇਸ ਦੌੜ ਨੂੰ ਕਦੇ ਤਾਂ ਖਤਮ ਕਰਨਾ ਹੀ ਪਏਗਾ। ਜੀ, ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਧੰਨਵਾਦ ਤੁਹਾਡਾ।
ਸੋ ਮੇਰੇ ਨਾਲ ਮੌਜੂਦ ਸਨ ਡਾਕਟਰ ਹਰਸ਼ਿੰਦਰ ਕੌਰ। ਡਿਪਰੈਸ਼ਨ ਦੇ ਕਾਰਨ, ਲੱਛਣ ਤੇ ਇਲਾਜ ਦੇ ਉੱਤੇ ਅਸੀਂ ਚਰਚਾ ਕੀਤੀ ਹੈ। ਉਮੀਦ ਹੈ ਕਿ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਵੋਗੇ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋਗੇ, ਕਿਉਂਕਿ ਜ਼ਰੂਰੀ ਇਹ ਹੋ ਜਾਂਦਾ ਹੈ ਕਿ ਜਦੋਂ ਕੋਈ ਵੀ ਤੁਹਾਡੇ ਆਲੇ ਦੁਆਲੇ ਇਸ ਤਰ੍ਹਾਂ ਮਾਨਸਿਕ ਪਰੇਸ਼ਾਨੀ ਨਾਲ ਜੂਝ ਰਿਹਾ ਹੁੰਦਾ ਤਾਂ ਤੁਸੀਂ ਉਹਨੂੰ ਇਸ ਤਰੀਕੇ ਦਾ ਹੌਸਲਾ ਦਿਓ ਕਿ ਉਹ ਇਸ ਵੱਲ ਧੱਕਿਆ ਨਾ ਜਾਵੇ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।